ਸਾਡੀ ਕੋਈ ਤਨਖਾਹ ਨਹੀਂ ਹੈ। ਅਸੀਂ ਸਾਰਾ ਦਿਨ ਆਪਣੇ ਬੱਚਿਆਂ ਨੂੰ ਰੋਲਦੇ ਹਾਂ, ਕਦੀ ਇੱਥੇ ਜਾਓ ਜੀ, ਕਦੀ ਉੱਥੇ ਜਾਓ ਜੀ, ਇਹ ਕਰੋ, ਇਹ ਰਿਪੋਰਟ ਦਿਓ। ਅਸੀਂ ਕਿੱਥੋਂ ਦਈਏ ਰਿਪੋਰਟਾਂ ਬਾਰ-ਬਾਰ ਜੇ ਸਾਨੂੰ ਕੁਝ ਮਿਲਦਾ ਹੀ ਨਹੀਂ ਹੈ। ਸਰ ਅਸੀਂ ਕਾਂਗਰਸ ਸਰਕਾਰ ਨੂੰ ਸਿਰਫ ਇੱਕ ਸਵਾਲ ਪੁੱਛਣਾ ਚਾਹਾਂਗੇ। ਉਸ ਟਾਈਮ ਉਸ ਕਾਂਗਰਸ ਸਰਕਾਰ ਕਿੱਥੇ ਸੀ ਜਿਸ ਟਾਈਮ ਕਰੋਨਾ ਟਾਈਮ 'ਚ ਅਸੀਂ ਰਾਤ ਨੂੰ ਵੀ ਦਿਨ ਮਾ ਵੀ 24 ਘੰਟੇ ਅਸੀਂ ਕੰਮ ਕੀਤਾ। ਅਸੀਂ 24 घंटे दिन रात काम किया, मरीजा गल गए, जबकि सारे खुद कांग्रेस के वर्कर भी अपने अपने घर में क्वारंटाइन हो गए बैठे। सानू कोई पैसा नहीं मिलता है, सिर्फ सैलरी भी सानू 2000 3000 वो भी साढ़े जे टीके लगाऊंगे तो बनेगी, नहीं तो नहीं सही। ਅਸੀਂ ਤਾਂ ਆਪਣੀ ਡਿਊਟੀ ਤੇ ਪਹੁੰਚੇ ਸੀ ਨਾ, ਪਰ ਹਰ ਵਾਰੀ ਪਹੁੰਚ ਕੇ ਕੀ ਕੁਝ ਕਰੀਏ। 10-15 ਸਾਲ ਹੋ ਗਏ, ਕੁਝ ਨਹੀਂ ਸਾਨੂੰ ਮਿਲਦਾ ਪਿਆ। ਸਾਨੂੰ ਤਾਂ ਹੁਣ ਕਲਾਸ 4 ਵੀ ਕਹਿੰਦੇ ਅਸੀਂ ਤੁਹਾਡੇ ਤੋਂ ਜ਼ਿਆਦਾ ਲੈਂਦੇ ਆ। ਸਤਿ ਸ਼੍ਰੀ ਅਕਾਲ ਜੀ, ਮੈਂ ਪ੍ਰਦੀਪ ਧੀਮਾਨ ਤੇ ਤੁਸੀਂ ਦੇਖ ਰਹੇ ਹੋ ਵਾਇਸ ਆਫ ਪੰਜਾਬ ਟੀਵੀ। ਸੂਬੇ ਭਰ ਦੇ ਵਿੱਚ ਅੱਜ NHM ਵਰਕਰ ਅਤੇ ਆਸ਼ਾ ਵਰਕਰ ਜੋ ਨੇ ਉਹ ਲਗਾਤਾਰ ਸਰਕਾਰ ਖਿਲਾਫ ਵਿਰੋਧ ਪ੍ਰਦਰਸ਼ਨ ਕਰ ਰਹੇ ਨੇ ਤੇ ਇਹ ਵਿਰੋਧ ਪ੍ਰਦਰਸ਼ਨ ਜੋ ਹੈ ਉਹ ਦਿਨੋਂ ਦਿਨ ਤਿੱਖਾ ਹੋ ਰਿਹਾ ਹੈ। ਇਸ ਵੇਲੇ ਅਸੀਂ ਮੌਜੂਦ ਹਾਂ ਜ਼ੀਰਕਪੁਰ ਦੇ ਕਮਿਊਨਿਟੀ ਸੈਂਟਰ ਦੇ ਵਿੱਚ, ਜਿੱਥੇ ਕਿ ਅੱਜ NHM ਵਰਕਰ ਅਤੇ ਜੋ ਆਸ਼ਾ ਵਰਕਰ ਨੇ ਪਹੁੰਚੇ ਨੇ ਆਪਣੀਆਂ ਮੰਗਾਂ ਲੈ ਕੇ। ਮੰਗਾਂ ਕੀ ਨੇ ਜਾਣਾਂਗੇ, ਇਹਨਾਂ ਤੋਂ ਗੱਲਬਾਤ ਕਰਾਂਗੇ। ਮੈਮ ਬਹੁਤ ਬਹੁਤ ਸਵਾਗਤ ਹੈ ਵਾਇਸ ਆਫ ਪੰਜਾਬ ਟੀਵੀ। ਮੈਮ ਕੀ ਮੰਗਾਂ ਤੁਸੀਂ ਲੈ ਕੇ ਆਏ ਹੋ, ਕੀ ਮੰਗਾਂ ਨੇ ਤੁਹਾਡੀਆਂ ਤੇ ਕੀ ਭਰੋਸਾ ਕੀ ਮਿਲਿਆ ਹੈ? ਭਰੋਸਾ ਕੁਝ ਵੀ ਨਹੀਂ ਮਿਲਿਆ ਔਰ ਮੰਗਾਂ ਸਾਡੀਆਂ ਬੜੇ ਸਾਲਾਂ ਤੋਂ ਉਹੀ ਚੱਲੀਆਂ ਆ ਰਹੀਆਂ। ਅਸੀਂ ਲੋਕ ਪਿਛਲੇ 14 ਸਾਲਾਂ ਤੋਂ ਕੰਮ ਕਰ ਰਹੇ ਹਾਂ, NRHM ਦੇ ਮੁਲਾਜ਼ਮ ਹਾਂ ਅਸੀਂ, ਔਰ ਨਾ ਹੀ ਸਾਨੂੰ ਰੈਗੂਲਰ ਕੀਤਾ ਗਿਆ ਹੈ, ਨਾ ਹੀ ਸਾਡੀ ਸੈਲਰੀ ਵਧਾਈ ਗਈ ਹੈ। ਔਰ ਪਿੱਛੇ CM ਸਾਹਿਬ ਨੇ ਐਲਾਨ ਕੀਤਾ ਸੀ ਕਿ 36,000 ਜਿੰਨੇ ਵੀ ਵਰਕਰਸ ਹੈ ਉਹਨਾਂ ਨੂੰ ਰੈਗੂਲਰ ਕੀਤਾ ਜਾਏਗਾ, ਬਟ ਉਹਦੇ ਵਿੱਚ NHM ਨੂੰ ਇੰਕਲੂਡ ਨਹੀਂ ਕੀਤਾ ਗਿਆ, ਜਿਸ ਕਰਕੇ ਅਸੀਂ ਇਹ ਸਟ੍ਰਾਈਕ ਤੇ ਹਾਂ, ਪੈਨ ਡਾਊਨ ਸਟ੍ਰਾਈਕ ਤੇ ਹਾਂ। ਕਿੰਨੇ ਦਿਨ ਸਟ੍ਰਾਈਕ ਚੱਲੂਗੀ ਜੀ ਇਹ? ਜਬ ਤੱਕ ਸਾਡੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ, ਜਦੋਂ ਤੱਕ। ਹਾਂਜੀ ਤੇ ਤੁਸੀਂ ਸੋਚਿਆ ਕਿ ਤੁਸੀਂ ਜਿਵੇਂ ਹੁਣ ਬਹੁਤ ਸਾਰੇ ਜੋ ਲੋਕ ਨੇ ਉਹ ਮੁੱਖ ਮੰਤਰੀ ਚਰਨਜੀਤ ਚੰਨੀ ਦੇ ਸ਼ਹਿਰ ਜਾਂਦੇ ਨੇ, ਉਹਨਾਂ ਦੀ ਰਿਹਾਇਸ਼ ਤੇ ਬਾਹਰ ਜਾਂਦੇ ਨੇ, ਜਾਂ ਜੋ ਚੰਡੀਗੜ੍ਹ ਵਾਲੀ ਰਿਹਾਇਸ਼ ਆ ਉੱਥੇ ਮਿਲਣ ਦੀ ਕੋਸ਼ਿਸ਼ ਕਰਦੇ ਆ, ਤੁਸੀਂ ਗੱਲਬਾਤ ਦਾ ਕੋਈ ਰਸਤਾ ਖੋਲ੍ਹਣ ਦੀ ਗੱਲ ਕੀਤੀ ਆ ਕਿਸੇ ਦੇ ਨਾਲ? ਕੋਈ ਸੋਚਿਆ ਇੱਦਾਂ ਦਾ ਪਲਾਨ ਹੈ ਕਿ ਦਾ? ਸਾਡੀ ਤੁਸੀਂ ਪਹੁੰਚਾਓ ਮੀਡੀਆ, ਅਸੀਂ ਇਸੇ ਕਰਕੇ, ਜੇ ਸੱਚਾਈ ਹੈ ਤਾਂ ਪਹੁੰਚਾ ਦਿਓ, ਜੇ ਨਹੀਂ ਤੁਹਾਨੂੰ ਲੱਗਦੀ ਸੱਚਾਈ ਤਾਂ ਨਾ ਪਹੁੰਚਾਓ। ਪਰ ਤੁਸੀਂ ਆਪ ਜੇ ਕਹੀਏ ਵੀ ਤੁਰਨਾ, ਫਿਰ ਮੀਡੀਆ ਦੀ ਕੀ ਲੋੜ ਹੈ? ਨਹੀਂ, ਫਿਰ ਰੋਸ ਪ੍ਰਦਰਸ਼ਨ ਕਰਨ ਤੁਸੀਂ ਉਧਰ ਨਹੀਂ ਗਏ, ਤੁਸੀਂ ਕਮਿਊਨਿਟੀ ਸੈਂਟਰ ਆਏ ਹੋ। ਅਸੀਂ ਤਾਂ ਆਪਣੀ ਡਿਊਟੀ ਤੇ ਪਹੁੰਚੇ ਸੀ ਨਾ, ਪਰ ਹਰ ਵਾਰੀ ਪਹੁੰਚ ਕੇ ਕੀ ਕੁਝ ਕਰੀਏ। 10-15 ਸਾਲ ਹੋ ਗਏ, ਕੁਝ ਨਹੀਂ ਸਾਨੂੰ ਮਿਲਦਾ ਪਿਆ। ਸਾਨੂੰ ਤਾਂ ਹੁਣ ਕਲਾਸ 4 ਵੀ ਕਹਿੰਦੇ ਅਸੀਂ ਤੁਹਾਡੇ ਤੋਂ ਜ਼ਿਆਦਾ ਲੈਂਦੇ ਆ। ਤਨਖਾਹਾਂ ਦੀ ਗੱਲ ਕਰੀਏ ਤਾਂ ਕਿੰਨੀਆਂ ਤਨਖਾਹਾਂ ਮਿਲਦੀਆਂ ਨੇ? 20,000 15-20,000 15-20,000। ਹਾਂਜੀ। ਤੇ ਕਿੰਨੇ ਸਾਲਾਂ ਤੋਂ ਇੰਨੀ ਹੀ ਤਨਖਾਹ ਤੇ ਵਾਧਾ ਨਹੀਂ ਹੋਇਆ? 10-12 ਸਾਲ ਹੋ ਗਏ। ਪੱਕਾ ਕੀਤਾ ਜਾਵੇ, ਕਿਉਂਕਿ ਸਾਨੂੰ ਬਹੁਤ ਜ਼ਿਆਦਾ ਟੀਚਰਾਂ ਮਿਲਦੀਆਂ ਕਿ ਤੁਹਾਨੂੰ ਤਾਂ ਕਲਾਸ 4 ਤੋਂ ਵੀ ਸਾਡੀ ਕੀਤੀ ਜਾਂਦੀ ਹੈ। ਜੀ। ਸੋ ਇੱਕ ਪ੍ਰਕਾਰ ਜੋ ਲੋਕ ਸਿਹਤ ਸੁਰੱਖਿਆ ਨੂੰ ਲੈ ਕੇ ਆਪਣੀ ਜਾਨ ਖਤਰੇ ਦੇ ਵਿੱਚ ਪਾ ਕੇ ਵੀ ਲੋਕਾਂ ਦੀ ਸਹਾਇਤਾ ਦੇ ਲਈ ਅੱਗੇ ਆਏ ਨੇ, ਅੱਜ ਉਹਨਾਂ ਦੀ ਆਵਾਜ਼ ਹੀ ਸਰਕਾਰ ਤੱਕ ਨਹੀਂ ਪਹੁੰਚ ਪਾ ਰਹੀ, ਜਾਂ ਫਿਰ ਇਹ ਕਹਿ ਸਕਦੇ ਹਾਂ ਕਿ ਸਰਕਾਰ ਅਣਸੁਣਿਆ ਕਰ ਰਹੀ ਹੈ। ਆਸ਼ਾ ਵਰਕਰਾਂ ਦੇ ਨਾਲ ਵੀ ਗੱਲਬਾਤ ਕਰਾਂਗੇ। ਮੰਗਾਂ ਕਰ ਰਹੇ ਹੋ, ਮੰਗਾਂ ਨੇ ਤੁਹਾਡੀਆਂ, ਰੋਸ ਪ੍ਰਦਰਸ਼ਨ ਤੁਸੀਂ ਕਰ ਰਹੇ ਹੋ, ਪਰ ਅੱਗੇ ਜਾਣ ਬਾਰੇ ਕੀ ਸੋਚਿਆ ਹੈ ਹੁਣ ਤੁਸੀਂ? ਅੱਗੇ ਅਸੀਂ ਸਟ੍ਰਾਈਕ ਕਰਾਂਗੇ ਜਿੰਨੀ ਦੇਰ ਸਾਨੂੰ ਕੁਝ ਬਣਦਾ ਨਹੀਂ ਪਿਆ। ਆਉਣ ਵਾਲੇ ਸਮੇਂ ਦੇ ਵਿੱਚ ਤੇ ਕਿੰਨੇ ਸਮੇਂ ਦੀ ਇਹ ਸਟ੍ਰਾਈਕ ਹੋ ਸਕਦੀ? ਕੁਝ ਨਹੀਂ ਪਤਾ ਜੀ, ਜਿੰਨੀ ਦੇਰ ਸਾਡਾ ਕੋਈ ਸੋਲੂਸ਼ਨ ਨਹੀਂ ਨਿਕਲਦਾ ਅਸੀਂ ਨਹੀਂ ਕੰਮ ਕਰਾਂਗੇ। ਹੱਥ ਖੜੇ ਨਹੀਂ ਜੀ ਸਾਡੇ। ਸਾਨੂੰ 12-12 13 ਸਾਲ ਹੋ ਗਏ ਕੰਮ ਕਰਦਿਆਂ ਨੂੰ, ਲੇਕਿਨ ਬਿਲਕੁਲ ਕੰਮ ਨਹੀਂ ਕਰਨਾ। ਕੁਝ ਨਹੀਂ ਬਣੇਗਾ। ਸਾਨੂੰ 13 ਸਾਲ ਹੋ ਗਏ ਕੰਮ ਕਰਦਿਆਂ ਨੂੰ, ਸਾਰਾ ਕੰਮ ਹੀ ਅਸੀਂ ਕੀਤਾ। ਹਾਂ, ਜੇ ਅਸੀਂ ਜਿੱਥੋਂ ਜਿਹੜਾ ਕੰਮ ਚੱਕਿਆ ਜਾਂਦਾ ਆਸ਼ਾ ਤੋਂ ਹੀ ਚੱਕਿਆ ਜਾਂਦਾ, ਆਸ਼ਾ ਹੀ ਕਰਾਉਂਦੀ ਹੈ, ਘਰ ਘਰ ਆਸ਼ਾ ਜਾਂਦੀ ਹੈ। ਮੈਡਮਾਂ ਨੇ ਅਸੀਂ ਉੱਥੋਂ ਭੇਜ ਦਿੰਦੇ ਹਾਂ, ਮੈਡਮਾਂ ਤਾਂ ਹੀ ਟੀਕੇ ਲਾਉਂਦੀਆਂ। ਬੱਚਿਆਂ ਦਾ ਕੋਈ ਵੈਕਸੀਨੇਸ਼ਨ ਹੈ, ਕੋਈ ਸੈਸ਼ਨ ਹੈ, ਕੋਈ ਕਰੋਨਾ ਦਾ ਆ ਗਿਆ, ਆਸ਼ਾ ਹੀ ਕਰਦੀ ਪਈ ਹੈ। ਆਸ਼ਾ ਦੇ ਟੀਕੇ ਘਰ ਘਰ ਜਾਰੀ, ਆਸ਼ਾ ਕਰੋਨਾ ਦੇ ਟੀਕਿਆਂ ਲਈ ਸਰਵੇ, ਡੇਂਗੂ ਦੀ ਸਰਵੇ। ਕਿਉਂ ਅਸੀਂ ਗਲੀਆਂ 'ਚ ਘੁੰਮਣ ਲਈ ਰਹਿ ਗਏ ਹਾਂ? ਸਾਡੀ ਕੋਈ ਤਨਖਾਹ ਨਹੀਂ ਹੈ। ਅਸੀਂ ਸਾਰਾ ਦਿਨ ਆਪਣੇ ਬੱਚਿਆਂ ਨੂੰ ਰੋਲਦੇ ਹਾਂ, ਕਦੀ ਇੱਥੇ ਜਾਓ ਜੀ, ਕਦੀ ਉੱਥੇ ਜਾਓ ਜੀ, ਇਹ ਕਰੋ, ਇਹ ਰਿਪੋਰਟ ਦਿਓ। ਅਸੀਂ ਕਿੱਥੋਂ ਦਈਏ ਰਿਪੋਰਟਾਂ ਬਾਰ-ਬਾਰ ਜੇ ਸਾਨੂੰ ਕੁਝ ਮਿਲਦਾ ਹੀ ਨਹੀਂ ਹੈ? 5-6 ਹਜ਼ਾਰ ਨਾਲ ਜੀ ਕੁਝ ਨਹੀਂ ਬਣਦਾ ਸਾਡਾ, ਨਾ ਕੋਈ ਟਾਈਮਿੰਗ ਹੈ। ਜਦੋਂ ਸਾਡੀ 24 ਘੰਟੇ ਡਿਊਟੀ ਹੈ, ਕਿਉਂ ਸਾਡੀ 24 ਘੰਟੇ ਡਿਊਟੀ ਹੈ ਜੀ? ਅੱਜ ਕੋਈ ਮੰਗ ਪੱਤਰ ਸੌਂਪਿਆ ਤੁਸੀਂ ਇੱਥੇ? ਹਾਂਜੀ ਸਰ, ਅਸੀਂ ਹਾਂਜੀ ਦੇਣ ਜਾ ਰਹੇ ਹਾਂ। ਹੁਣ ਦੇਣ ਜਾ ਰਹੇ ਹਾਂ ਜੀ ਅਸੀਂ।
ਕੀ ਲਿਖਿਆ ਕੀ ਹੈ ਮੰਗ ਪੱਤਰ ਦੇ ਵਿੱਚ ਤੁਸੀਂ? ਸਾਡੀ ਮੰਗਾਂ ਪੂਰੀਆਂ ਕੀਤੀਆਂ ਕੀ ਮੰਗ ਹੈ? ਕੁੱਲ ਮਿਲਾ ਕੇ ਕਿੰਨੀਆਂ ਮੰਗਾਂ ਲਿਖੀਆਂ ਉਹਦੇ ਚ? ਮੰਗਾਂ ਸਾਡੀਆਂ ਇਹੀ ਹੈ ਜੀ ਵੀ ਸਾਨੂੰ ਪੱਕੇ ਕੀਤਾ ਜਾਵੇ, ਜੇ ਨਹੀਂ ਪੱਕੇ ਕੀਤਾ ਜਾਂਦਾ ਹਰਿਆਣਾ ਵੇਸ ਤੇ ਕੀਤਾ ਤਨਖਾਹ ਲਾਈ ਜਾਵੇ 10 ਔਰ 15 ਦੇ ਵਿੱਚ ਸਾਨੂੰ ਪੱਕੀ ਹਰਿਆਣਾ ਵੀ ਤਾਂ ਦੇ ਰਹੇ ਹੈ ਜੀ, ਹਰਿਆਣੇ ਵਾਲੇ ਵੀ ਤਾਂ ਦੇ ਰਹੇ ਹੈ ਵਧੀਆ ਤਨਖਾਹ ਕਰ ਰਹੇ। ਅਸੀਂ 1.5 ਸਾਲ ਦੇ ਕੰਮ ਕਰ ਰਹੇ, ਸਾਨੂੰ ਕੋਈ ਪੈਸਾ ਨਹੀਂ ਦਿਆ। ਕਰੋਨਾ ਕਾਲ ਦੇ ਵਿੱਚ ਅਸੀਂ ਇੰਨਾ ਕੰਮ ਕਰਿਆ, ਕੁਆਰੰਟਾਈਨ ਵੀ ਕਰ ਰਹੇ, ਕਿੱਟਾਂ ਵੀ ਅਸੀਂ ਦੇ ਕਰੇ ਘਰ ਘਰ ਜਾ ਕੇ। ਸਾਡਾ ਨਾ ਕੋਈ ਰਾਤ ਨਾ ਕੋਈ ਸਾਡਾ ਦਿਨ, ਅਸੀਂ ਰਾਤ ਨੂੰ 10 ਵਜੇ ਤੇ ਵੀ ਲੋਕਾਂ ਦੇ ਘਰਾਂ ਕਿੱਟਾਂ ਪਹੁੰਚਾ ਕੇ ਆਏ ਹਾਂ ਜੀ। ਦੇਖੋ ਸਾਨੂੰ ਜਦ ਅਸੀਂ ਪੈਸੇ ਬਾਰੇ ਗੱਲ ਕਰਦੇ ਆ ਕਹਿੰਦੇ ਜੀ ਖਾਤੇ ਖਾਲੀ, ਆਸ਼ਾ ਬਾਰੇ खाता ही खाली हो गए तो कोई पैसा नहीं आ कहता साढ़े पास है तो ठीक है। सानू मतलब बिल्कुल फ्री में साढ़े पास कोरोना काल के विच में काम कराया जा रहा, कोई सानू पैसा नहीं मिले, हत्थे 1 रुपया भी नहीं मिला 1.5 साल में सानू तो। ਸਰ ਅਸੀਂ ਕਾਂਗਰਸ ਸਰਕਾਰ ਨੂੰ ਸਿਰਫ ਇੱਕ ਸਵਾਲ ਪੁੱਛਣਾ ਚਾਹਾਂਗੇ। ਉਸ ਟਾਈਮ ਉਸ ਕਾਂਗਰਸ ਸਰਕਾਰ ਕਿੱਥੇ ਸੀ ਜਿਸ ਟਾਈਮ ਕਰੋਨਾ ਟਾਈਮ 'ਚ ਅਸੀਂ ਰਾਤ ਨੂੰ ਵੀ ਦਿਨ ਮਾ ਵੀ 24 ਘੰਟੇ ਅਸੀਂ ਕੰਮ ਕੀਤਾ, ਠੀਕ ਹੈ ਜੀ। ਤੇ ਹੁਣ ਸਾਡਾ ਨਾਮ ਪੱਕਿਆ ਕਿ ਲਿਸਟ ਮਾ ਜਾਂ ਫਿਰ ਸਾਡੀ ਸੈਲਰੀ ਕਿਉਂ ਨਹੀਂ ਬਣ ਲਗਾ ਰਹੇ ਹੈਗੇ? ਅਸੀਂ 24 ਘੰਟੇ ਦਿਨ ਰਾਤ ਕੰਮ ਕੀਤਾ, ਮਰੀਜ਼ਾਂ ਗੱਲ ਗਏ, ਜਦਕਿ ਸਾਰੇ ਖੁਦ ਕਾਂਗਰਸ ਕੇ ਵਰਕਰ ਵੀ ਆਪਣੇ ਆਪਣੇ ਘਰਾਂ ਵਿੱਚ ਕੁਆਰੰਟਾਈਨ ਹੋ ਕੇ ਬੈਠੇ ਸੀ। ਉਸ ਟਾਈਮ ਕਿੱਥੇ ਗਈ ਸੀ ਕਾਂਗਰਸ ਸਰਕਾਰ? ਉਸ ਟਾਈਮ ਅਸੀਂ ਦਿਖੇ ਨਹੀਂ ਸੀ। ਸਿਹਤ ਮੰਤਰੀ ਦੇ ਨਾਲ ਗੱਲਬਾਤ ਕਰਨ ਦੀ ਕੋਈ ਕੋਸ਼ਿਸ਼ ਕੀਤੀ ਤੁਸੀਂ? ਅਸੀਂ ਕਰ ਚੁੱਕੇ ਹਾਂ ਜੀ, ਕੋਈ ਗੱਲ ਨਹੀਂ ਹੋ ਰਹੀ, ਕੋਈ ਸੁਣਵਾਈ ਨਹੀਂ ਹੋ ਰਹੀ ਸਾਡੀ। ਬਰਿੰਡੇ ਧਰਨਾ ਲੱਗਿਆ ਸੀ ਸਾਡਾ, ਉਹਨੇ ਨੇ ਸਾਨੂੰ ਮੀਟਿੰਗ ਰੱਖੀ ਸੀ ਜੀ, ਮੀਟਿੰਗ 'ਚ ਕੁਝ ਨਹੀਂ ਹੋਇਆ ਜੀ ਸਾਡੀ। ਕਿੰਨੀ ਤਰੀਕ ਦੀ ਮੀਟਿੰਗ ਰੱਖੀ ਜੀ? ਹੋਈ ਹੋਈ ਨਹੀਂ ਮੀਟਿੰਗ। ਅੱਛਾ, ਸਿਰਫ ਤੁਹਾਡੇ ਨਾਲ ਗੱਲਬਾਤ ਭਰੋਸਾ ਦਿੱਤਾ ਪਰ ਅੱਗੇ ਕੁਝ ਨਹੀਂ ਹੋਇਆ। ਪਰ ਸਾਡੇ ਹੁਣ ਉਹਨਾਂ ਨੇ ਹੱਥ ਖੜੇ ਕਰਾਤੇ। ਜੇ ਅਸੀਂ ਉਹਨਾਂ ਨੂੰ ਉੱਪਰ ਬਿਠਾਉਣ ਜਾਂਦੇ ਨਾ ਕੁਰਸੀ ਤੇ ਅਸੀਂ ਉਹਨਾਂ ਨੂੰ ਨੀਚੇ ਲਾਉਣ ਵੀ ਜਾਣਦੇ ਹਾਂ। ਆਸ਼ਾ 'ਚ ਇੰਨੀ ਕੁ ਤਾਕਤ ਹੈ ਕਿ ਆਸ਼ਾ ਬਹੁਤ ਕੁਝ ਕਰ ਸਕਦੀ ਜੇ ਹੈ। ਆਸ਼ਾ ਵਰਕਰ ਆਪਣੇ ਘਰ ਬਹਿ ਜੇ ਨਾ, ਖੁਦ ਜਿਹੜੇ ਸਾਡੇ ਸੀਐਮ ਸਾਹਿਬ ਆ ਉਹਨਾਂ ਦੇ ਵੀ ਬੱਚੇ ਦੇ ਟੀਕੇ ਨਹੀਂ ਲੱਗਣਗੇ, ਉਹ ਕਿੱਥੇ ਲਗਵਾਉਂਗੇ ਫਿਰ? ਸਾਨੂੰ ਪੱਕਾ ਨਹੀਂ ਕਰਨਾ ਹੈਗਾ, ਉਹਨਾਂ ਨੂੰ ਸੈਲਰੀ ਨਹੀਂ ਦਿਖਦੀ ਹੈਗੀ, ਸਾਡੇ ਬੱਚੇ ਨਹੀਂ ਹੈਗੇ, ਸਾਡੇ ਵੀ ਤਾਂ ਛੋਟੇ ਛੋਟੇ ਬੱਚੇ ਆ, ਕਿੱਥੇ ਜਾਣਗੇ ਉਹ? ਸਾਨੂੰ ਕੋਈ ਪੈਸਾ ਨਹੀਂ ਮਿਲਦਾ ਹੈਗਾ, ਸਿਰਫ ਸੈਲਰੀ ਵੀ ਸਾਨੂੰ 2000 3000, ਉਹ ਵੀ ਸਾਡੇ ਜੇ ਟੀਕੇ ਲਗਾਉਂਗੇ ਤਾਂ ਬਣੇਗੀ, ਨਹੀਂ ਤਾਂ ਨਹੀਂ ਸਹੀ। ਜਿਹੜਾ ਅਸੀਂ ਰਾਤ ਦਿਨ ਕੰਮ ਕਰੇ ਉਹਦੇ ਵੀ ਤਾਂ ਸਾਨੂੰ ਸਰਕਾਰ ਪੈਸੇ ਦੇਵੇ, ਕਿਉਂ ਨਹੀਂ ਦਿੰਦੇ ਹੈਗੇ? ਕੋਈ ਖਰਚਾ ਨਹੀਂ ਸਾਨੂੰ ਪੈਟਰੋਲ ਦਾ। ਸੋ ਜੀ, ਆਸ਼ਾ ਵਰਕਰਾਂ ਦੀ ਗੱਲ ਤੁਸੀਂ ਸੁਣੀ ਹੈ, ਐਨਐਚਐਮ ਵਰਕਰਾਂ ਦੀ ਤੁਸੀਂ ਗੱਲ ਸੁਣੀ ਹੈ, ਪਰ ਹਾਲੇ ਤੱਕ ਸਰਕਾਰ ਹੈ ਜੋ ਉਹ ਇਹਨਾਂ ਦੀ ਗੱਲ ਸੁਣਨ ਦੇ ਲਈ ਤਿਆਰ ਨਹੀਂ ਹੈ। ਗੱਲਬਾਤ ਦੇ ਵਿੱਚ ਇਹ ਵੀ ਪਤਾ ਲੱਗਾ ਕਿ ਮੁੱਖ ਮੰਤਰੀ ਸਾਹਿਬ ਦੀ ਰਿਹਾਇਸ਼ ਤੱਕ ਪਹੁੰਚੇ, ਗੱਲਬਾਤ ਵੀ ਹੋਈ, ਭਰੋਸਾ ਦਿੱਤਾ ਗਿਆ, ਪਰ ਭਰੋਸੇ ਤੇ ਅੱਗੇ ਕੋਈ ਵੀ ਕਦਮ ਨਹੀਂ ਚੁੱਕਿਆ ਗਿਆ। ਹੁਣ ਦੇਖਣਾ ਇਹ ਹੋਵੇਗਾ ਕਿ ਕਦੋਂ ਆਖਿਰ ਸਰਕਾਰ ਜੋ ਹੈ ਇਹਨਾਂ ਦੀਆਂ ਮੰਗਾਂ ਤੇ ਗੌਰ ਫਰਮਾਉਂਦੀ ਹੈ ਤੇ ਕਦੋਂ ਤੱਕ ਇਹਨਾਂ ਦੀ ਜੋ ਸਟ੍ਰਾਈਕ ਹੈ ਇਹ ਚੱਲਦੀ ਹੈ, ਕਿਉਂਕਿ ਜੇਕਰ ਸਰਕਾਰ ਵੱਲੋਂ ਕੋਈ ਕਦਮ ਨਹੀਂ ਚੁੱਕਿਆ ਜਾਂਦਾ ਤਾਂ ਇਹ ਹੜਤਾਲ ਜੋ ਹੈ ਉਹ ਹੁਣ ਉੱਪਰ ਤੱਕ ਜਾਏਗੀ, ਉਹਨਾਂ ਦੇ ਦਰਵਾਜ਼ਿਆਂ ਤੱਕ ਜਾਏਗੀ ਤੇ ਸ਼ਾਇਦ ਇਹ ਵੀ ਹੋ ਸਕਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿੰਨੇ ਵੀ ਮੰਤਰੀ ਨੇ ਉਹਨਾਂ ਨੂੰ ਆਪਣੇ ਘਰੋਂ ਨਿਕਲਣਾ ਮੁਸ਼ਕਿਲ ਹੋ ਜਾਵੇ ਜਦੋਂ ਤੱਕ ਇਹਨਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੋ ਜਾਂਦੀਆਂ। ਸੋ ਜੀ, ਜ਼ੀਰਕਪੁਰ ਦੇ ਕਮਿਊਨਿਟੀ ਸੈਂਟਰ ਦੇ ਵਿੱਚ ਬੈਠੇ ਆ ਜਿੱਥੇ ਕਿ ਅੱਜ ਐਨਐਚਐਮ ਵਰਕਰ ਅੱਜ ਆਪਣੇ ਆ ਮੰਗਾਂ ਲੈ ਕੇ ਆਏ ਸੀ। ਗੱਲ ਕਰਾਂਗੇ ਐਸਐਮਓ ਮੈਡਮ ਦੇ ਨਾਲ ਤੇ ਪੁੱਛਾਂਗੇ, ਮੈਮ ਸਭ ਤੋਂ ਪਹਿਲਾਂ ਤਾਂ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਵਾਇਸ ਆਫ ਪੰਜਾਬ ਟੀਵੀ ਤੇ ਕੀ ਮੰਗਾਂ ਲੈ ਕੇ ਆਏ ਸੀਗੇ? ਜਿੰਨੀਆਂ ਵੀ ਟੀਮਾਂ ਅੱਜ ਤੁਹਾਨੂੰ ਮਿਲੀਆਂ ਨੇ, ਜਿੰਨੇ ਵੀ ਐਨਐਚਐਮ ਵਰਕਰ ਤੁਹਾਨੂੰ ਮਿਲੇ ਨੇ, ਕੀ ਮੰਗ ਉਹਨਾਂ ਨੇ ਰੱਖੀ ਹੈ ਤੇ ਕਿਸ ਗੱਲ ਨੂੰ ਲੈ ਕੇ ਅੜਿੱਕਾ ਬਣਿਆ ਹੋਇਆ? ये ना NHM मिशन है, देखो ये 2000 अराउंड 8 या 7 2008 से स्टार्ट हुआ है और ये लोग उस टाइम से जैसे स्टाफ नर्सेज हैं 10,000 पे, है ना, ANMs 10,000 पे, तो इनको ईयरली इंक्रीमेंट तो लगती रही है बट कभी भी इन्हें रेगुलर नहीं किया। एंड इन लोगों ने बहुत बार इस मैटर को लेके डिफरेंट गवर्नमेंट्स के साथ उठाई है पर आश्वासन के अलावा इन्हें कुछ नहीं मिला है। और ये लोग अब हमारे साथ देखो बराबरी की ड्यूटीज़ करते हैं और रेगुलर स्टाफ के साथ उतना ही इक्वल ड्यूटी करते हैं, रिस्पॉन्सिबिलिटी लेते हैं। सो इवन वी वांट कि इनको रेगुलर किया जाए और इनकी एटलीस्ट पे इंक्रीज़ करी जाए बिकॉज इन लोगों को काम करते बहुत साल हो चुके हैं, बहुत कम पे के ऊपर, और रिस्पॉन्सिबिलिटीज़ इक्वली शेयर कर रहे हैं। सो अब ये स्ट्राइक इन्होंने यही करी है कि भाई हमें रेगुलर कर दो, दैट्स इट, और कुछ नहीं तो एटलीस्ट पे इंक्रीज़ कर दो। तो अब देखो कहाँ तक इन्होंने भी ऊपर भी दी है, वो तो देखो ऊपर सरकार ने ही करना है ना, मैं तो इनकी जो इन्होंने मेमोरेंडम मुझे दिया है वो रिसीव कर लिया, दैट्स इट। आई होप गवर्नमेंट सुन लेती है। ਮੈਮ ਉਹ ਦਿਖਾ ਦਿਓ ਜੋ ਮੰਗ ਪੱਤਰ ਉਹਨਾਂ ਨੇ ਦਿੱਤਾ ਹੈ ਤੁਹਾਨੂੰ ਤੇ ਉਹਦੇ 'ਚ ਲਿਖਿਆ ਕੀ ਹੋਇਆ ਹੈ। इन्होंने बेसिकली यही कहा है कि बाकी जैसे स्टेट्स ने इन्हें रेगुलर कर दिया है, इन्हें भी रेगुलर कर दिया जाए, ठीक है, और उनके सेम वर्क सेम पे कर दी जाए, ठीक है, जितना ये काम कर रहे हैं वो कर दिया जाए, और इनको बाकी सारी फैसिलिटीज़ जो कि एक रेगुलर एम्प्लॉय को मिलती है जैसे मेडिकल लीव, अर्न लीव, सारी लीव्स दी जाए।
यही है। ਜਾਂਦੀਆਂ। ਸੋ ਕੈਮਰਾਮੈਨ ਅਮਿਤ ਰਾਠੀ ਦੇ ਨਾਲ ਮੈਂ ਪ੍ਰਦੀਪ ਧੀਮਾਨ, ਵਾਇਸ ਆਫ ਪੰਜਾਬ ਟੀਵੀ ਦੇ ਲਈ ਜ਼ੀਰਕਪੁਰ ਤੋਂ।